ਇਸ ਟ੍ਰੇਨਿੰਗ ਵਿੱਚ ਪਹੁੰਚੇ ਹੋਏ ਸਾਰੇ ਹੀ ਅਫਸਰ ਸਾਹਿਬਾਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਆਪ ਦਾ ਇਸ ਟ੍ਰੇਨਿੰਗ ਦੇ ਵਿੱਚ ਪਹੁੰਚਣ 'ਤੇ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ 2022 ਨੂੰ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਨੂੰ ਕਰਵਾਉਣ ਸੰਬੰਧੀ ਪ੍ਰੈਜ਼ਾਈਡਿੰਗ ਅਫਸਰ ਅਤੇ ਪੋਲਿੰਗ ਪਾਰਟੀਆਂ ਦੀ ਟ੍ਰੇਨਿੰਗ ਰੱਖੀ ਗਈ ਹੈ ਅਤੇ ਇਹਨਾਂ ਨੂੰ ਚੋਣਾਂ ਨੂੰ ਕਰਵਾਉਣ ਲਈ ਆਪਾਂ ਕੁਝ ਜ਼ਰੂਰੀ ਨੁਕਤਿਆਂ ਨੂੰ ਸਾਂਝਾ ਕਰਾਂਗੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਇਸ ਲਈ ਸਾਨੂੰ ਕੋਵਿਡ-19 ਸੰਬੰਧੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਹੈ। ਜਿਸ ਤਰ੍ਹਾਂ ਮਾਸਕ ਲਗਾ ਕੇ ਰੱਖਣਾ ਹੈ, ਹੱਥ ਸੈਨੀਟਾਈਜ਼ ਕਰਦੇ ਰਹਿਣਾ ਹੈ ਅਤੇ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੈ। ਸਾਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਹੈ ਜੀ। ਜਦ ਸਾਨੂੰ ਬੂਥ ਅਲਾਟ ਹੋ ਜਾਂਦਾ ਹੈ ਤਾਂ ਆਪਣੇ ਬੂਥ ਦਾ ਸਮਾਨ ਪ੍ਰਾਪਤ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ। ਬੈਲਟ ਯੂਨਿਟ, ਕੰਟਰੋਲ ਯੂਨਿਟ, ਵੀਵੀਪੈਟ ਦੇ ਨੰਬਰ ਲਿਸਟ ਨਾਲ ਚੈੱਕ ਕਰ ਲਓ ਕਿ ਉਹ ਤੁਹਾਡੇ ਪੋਲਿੰਗ ਬੂਥ ਦਾ ਹੀ ਹੈ। ਇਸ ਮਸ਼ੀਨ ਦੇ ਸਾਰੇ ਬਾਹਰ ਐਡਰੈਸ ਟੈਗ ਲੱਗੇ ਹੁੰਦੇ ਹਨ। ਉਸ ਉੱਪਰ ਬੂਥ ਦਾ ਨੰਬਰ, ਪਿੰਡ ਦਾ ਨਾਮ ਸਾਰਾ ਲਿਖਿਆ ਹੁੰਦਾ ਹੈ। ਉਸ ਨੂੰ ਚੈੱਕ ਕਰ ਲਓ ਕਿ ਜੋ ਤੁਹਾਨੂੰ ਬੂਥ ਅਲਾਟ ਹੋਇਆ ਹੈ ਉਸੇ ਦੀ ਹੀ ਹੈ। ਬੈਲਟ ਯੂਨਿਟ 'ਤੇ ਲੱਗਾ ਬੈਲਟ ਪੇਪਰ, ਉਮੀਦਵਾਰਾਂ ਦੀ ਸੂਚੀ ਨਾਲ ਚੈੱਕ ਕਰੋ ਕਿ ਉਹ ਠੀਕ ਹੈ। ਜਿੰਨੀਆਂ ਵੀ ਸੀਲਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਹਨ, ਸਾਰਿਆਂ ਦੇ ਨੰਬਰ ਲਿਸਟ ਮੁਤਾਬਕ ਚੈੱਕ ਕਰੋ। ਜਿਵੇਂ ਗ੍ਰੀਨ ਪੇਪਰ ਸੀਲ, ਸਪੈਸ਼ਲ ਟੈਗ ਦੇ ਨੰਬਰ ਲਿਸਟ ਮੁਤਾਬਕ ਚੈੱਕ ਕਰੋ। ਜਾਰੀ ਕੀਤੇ ਬੈਲਟ ਪੇਪਰ ਫਾਰ ਟੈਂਡਰਡ ਵੋਟਸ ਦਾ ਲੜੀ ਨੰਬਰ ਲਿਸਟ ਮੁਤਾਬਕ ਚੈੱਕ ਕਰੋ। ਮੌਕ ਪੋਲ ਸਲਿੱਪ ਸੀਲ ਕਰਨ ਲਈ ਦਿੱਤੀ ਪਿੰਕ ਪੇਪਰ ਸੀਲ ਦੇ ਨੰਬਰ ਲਿਸਟ ਨਾਲ ਚੈੱਕ ਕਰੋ। ਲੋੜ ਮੁਤਾਬਕ ਰਜਿਸਟਰਸ ਆਫ ਵੋਟਰ ਐਂਡ ਵੋਟਰ ਸਲਿੱਪਸ ਪ੍ਰਾਪਤ ਕਰੋ। ਵੋਟਰ ਸੂਚੀ ਵੱਲ ਵੀ ਖਾਸ ਧਿਆਨ ਦਿੱਤਾ ਜਾਵੇ ਕਿ ਉਹ ਉਸ ਬੂਥ ਦੀ ਹੈ ਜੋ ਤੁਹਾਨੂੰ ਅਲਾਟ ਹੋਇਆ ਹੈ। ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਕਿ ESD ਲਿਸਟ ਉਸ ਵਿੱਚ ਸ਼ਾਮਲ ਹੈ। ਸਮਾਨ ਲੈਣ ਸਮੇਂ ਜੋ ਤੁਹਾਨੂੰ ਬੈਗ ਵਿੱਚ ਸਮਾਨ ਦਿੱਤਾ ਜਾਂਦਾ ਹੈ ਉਸ ਨੂੰ ਆਪਣੀ ਚੈੱਕਲਿਸਟ ਮੁਤਾਬਕ ਚੈੱਕ ਕਰੋ ਕਿ ਉਹ ਸਮਾਨ ਪੂਰਾ ਹੈ, ਕਿਉਂਕਿ ਸਮਾਨ ਮੋੜਨ ਸਮੇਂ ਵੀ ਇਸੇ ਲਿਸਟ ਮੁਤਾਬਕ ਚੈੱਕ ਹੋਣਾ ਹੈ। ਸਮਾਨ ਲੈਣ ਉਪਰੰਤ ਤੁਸੀਂ ਆਪਣੇ ਬੂਥ ਦੇ ਸੈਕਟਰ ਅਫਸਰ ਦਾ ਨੰਬਰ ਜ਼ਰੂਰ ਲੈ ਕੇ ਜਾਣਾ ਹੈ ਅਤੇ ਤੁਸੀਂ ਵੀ ਆਪਣਾ ਨੰਬਰ ਨੋਟ ਕਰਵਾ ਕੇ ਜਾਣਾ ਹੈ, ਕਿਉਂਕਿ ਹਰ 2-2 ਘੰਟੇ ਦੀ ਰਿਪੋਰਟ ਜਾਂ ਹੋਰ ਕੰਮਕਾਜ ਸੰਬੰਧੀ ਤੁਹਾਡਾ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਣਾ ਹੈ। ਧਿਆਨ ਦੇਣ ਯੋਗ ਗੱਲ, ਸਮਾਨ ਲੈਣ ਤੋਂ ਬਾਅਦ ਮਸ਼ੀਨ ਨੂੰ ਉਸੇ ਸਮੇਂ ਚਲਾਉਣਾ ਨਹੀਂ ਹੈ। ਸਿਰਫ ਇਹ ਚੈੱਕ ਕਰੋ ਕਿ ਜੋ ਵੋਟਿੰਗ ਮਸ਼ੀਨ ਮਿਲੀ ਹੈ ਉਸ 'ਤੇ ਐਡਰੈਸ ਟੈਗ ਤੁਹਾਡੇ ਹੀ ਬੂਥ ਦੇ ਹਨ। ਜਦ ਤੁਹਾਨੂੰ ਸਾਰਾ ਸਮਾਨ ਮਿਲ ਜਾਂਦਾ ਹੈ ਤਾਂ ਤੁਸੀਂ ਸਮਾਨ ਲੈ ਕੇ ਰਿਟਰਨਿੰਗ ਅਫਸਰ ਦੁਆਰਾ ਜੋ ਬੱਸਾਂ ਲਗਾਈਆਂ ਗਈਆਂ ਹਨ ਉਹਨਾਂ 'ਤੇ ਹੀ ਸਮਾਨ ਲੈ ਕੇ ਜਾਣਾ ਹੈ। ਕਿਸੇ ਨੇ ਵੀ ਆਪਣੇ ਨਿੱਜੀ ਵਾਹਨ 'ਤੇ ਸਮਾਨ ਲੈ ਕੇ ਨਹੀਂ ਜਾਣਾ। ਜਦ ਤੁਸੀਂ ਆਪਣੇ ਸਮਾਨ ਲੈਣ ਤੋਂ ਬਾਅਦ ਬੂਥ ਉੱਪਰ ਪਹੁੰਚ ਜਾਂਦੇ ਹੋ ਤਾਂ ਤੁਹਾਡਾ ਪਹਿਲਾ ਕੰਮ ਕੀ ਹੈ? ਸਭ ਤੋਂ ਪਹਿਲਾਂ ਆਪ ਅਲਾਟ ਕੀਤੇ ਪੋਲਿੰਗ ਬੂਥ ਦਾ ਕਮਰਾ ਚੈੱਕ ਕਰੋ। ਕਮਰੇ ਵਿੱਚ ਲਾਈਟ ਅਤੇ ਲੋੜੀਂਦਾ ਫਰਨੀਚਰ ਚੈੱਕ ਕੀਤਾ ਜਾਵੇ। ਪੋਲਿੰਗ ਦਾ ਸਥਾਨ ਬਦਲਿਆ ਨਹੀਂ ਜਾ ਸਕਦਾ। ਕਿਸੇ ਕਿਸਮ ਦੀ ਕਮੀ ਹੋਣ 'ਤੇ ਆਪਣੇ BLO ਸਾਹਿਬਾਨ ਜਾਂ ਸੈਕਟਰ ਅਫਸਰ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ। ਨੈਕਸਟ ਹੈ ਪੋਲਿੰਗ ਏਜੰਟਾਂ ਦੀ ਨਿਯੁਕਤੀ ਫਾਰਮ ਨੰਬਰ 10। ਜਦੋਂ ਤੁਹਾਡਾ ਬੂਥ ਸੈਟਅਪ ਹੋ ਜਾਵੇ ਤਾਂ ਤੁਸੀਂ ਪੋਲਿੰਗ ਏਜੰਟਾਂ ਦੀ ਨਿਯੁਕਤੀ ਫਾਰਮ ਨੰਬਰ 10 ਅਨੁਸਾਰ 19/2/2022 ਸ਼ਾਮ ਨੂੰ ਜਾਂ 20/2/2022 ਨੂੰ ਸਵੇਰੇ ਕਰੋ। ਕੋਸ਼ਿਸ਼ ਇਹ ਕਰੋ ਕਿ ਇਹ ਕੰਮ 19 ਤਰੀਕ ਸ਼ਾਮ ਨੂੰ ਹੀ ਖਤਮ ਹੋ ਜਾਵੇ। ਨਿਯੁਕਤੀ ਕਰਦੇ ਸਮੇਂ ਫਾਰਮ ਨੰਬਰ 10 'ਤੇ ਉਮੀਦਵਾਰ ਇਲੈਕਸ਼ਨ ਏਜੰਟ ਦੇ ਹਸਤਾਖਰ ਦਾ ਮਿਲਾਨ ਕਿੱਟ ਵਿੱਚ ਪਾਏ ਉਮੀਦਵਾਰ ਇਲੈਕਸ਼ਨ ਏਜੰਟ ਦੇ ਸਪੈਸੀਮਨ ਹਸਤਾਖਰ ਨਾਲ ਕਰ ਲਿਆ ਜਾਵੇ। ਮੌਕ ਪੋਲ ਸ਼ੁਰੂ ਕਰਨ ਲਈ ਪੋਲਿੰਗ ਏਜੰਟਾਂ ਨੂੰ 1 ਘੰਟਾ ਪਹਿਲਾਂ ਆਉਣ ਦਾ ਸਮਾਂ ਦਿੱਤਾ ਜਾਵੇ।
ਨੈਕਸਟ ਹੈ ਮੌਕ ਪੋਲ ਹੋਣ ਤੋਂ ਪਹਿਲਾਂ ਮਿਤੀ 20/2/22 ਨੂੰ। ਮੌਕ ਪੋਲ ਕਰਨ ਤੋਂ ਪਹਿਲਾਂ PRO ਸਾਹਿਬਾਨ ਇਹ ਸੁਨਿਸ਼ਚਿਤ ਕਰਨ ਕਿ ਤੁਹਾਡੇ ਬੂਥ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਵਿੱਚ ਕਿਸੇ ਪੋਲਿੰਗ ਪਾਰਟੀ ਦਾ ਕੋਈ ਬੂਥ ਤਾਂ ਨਹੀਂ ਬਣਿਆ ਹੈ ਜਾਂ ਉਸ ਦਾ ਕੋਈ ਬੈਨਰ ਤਾਂ ਨਹੀਂ ਲੱਗਿਆ ਹੈ। ਅਗਰ ਲੱਗਿਆ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ। ਨੈਕਸਟ ਹੈ ਪੋਲਿੰਗ ਅਫਸਰਾਂ ਦੀਆਂ ਡਿਊਟੀਆਂ ਦਾ ਵੇਰਵਾ। ਇਸ ਵਿੱਚ ਸਾਡੇ ਪੋਲਿੰਗ ਅਫਸਰਾਂ ਨੂੰ ਕਿਸ ਤਰ੍ਹਾਂ ਡਿਊਟੀਆਂ ਅਸਾਈਨ ਕੀਤੀਆਂ ਜਾਣੀਆਂ ਹਨ। ਪਹਿਲਾ ਹੈ ਪੋਲਿੰਗ ਅਫਸਰ 1। ਪੋਲਿੰਗ ਅਫਸਰ 1 ਵੋਟਰ ਲਿਸਟ ਦੀ ਮਾਰਕਡ ਕਾਪੀ ਦਾ ਇੰਚਾਰਜ ਹੁੰਦਾ ਹੈ ਅਤੇ ਵੋਟਰ ਦੀ ਪਛਾਣ ਕਰਨ ਉਪਰੰਤ ਉਸ ਦਾ ਨਾਮ ਅਤੇ ਵੋਟਰ ਸੂਚੀ ਵਿੱਚ ਉਸ ਦਾ ਲੜੀ ਨੰਬਰ ਉੱਚੀ ਆਵਾਜ਼ ਵਿੱਚ ਬੋਲਦਾ ਹੈ। ਮਰਦ ਵੋਟਰ ਹੋਣ ਦੀ ਸੂਰਤ ਵਿੱਚ ਮਾਰਕਡ ਕਾਪੀ 'ਤੇ ਉਸ ਦੇ ਨਾਮ ਵਾਲੀ ਜਗ੍ਹਾ ਨੂੰ ਅੰਡਰਲਾਈਨ ਕਰਨਾ ਹੈ। ਔਰਤ ਵੋਟਰ ਹੋਣ 'ਤੇ ਉਸ ਦੇ ਨਾਮ ਵਾਲੀ ਜਗ੍ਹਾ 'ਤੇ ਅੰਡਰਲਾਈਨ ਦੇ ਨਾਲ ਨਿਸ਼ਾਨ ਵੀ ਲਗਾਉਣਾ ਹੈ। ਉਹ ਪਲੇਨ ਪੇਪਰ 'ਤੇ ਮਰਦ, ਔਰਤਾਂ ਅਤੇ ਹੋਰ ਦੀ ਨੰਬਰਿੰਗ ਕਰਕੇ ਉਸ ਦਾ ਵੀ ਹਿਸਾਬ ਰੱਖੇਗਾ। NRI, PWD ਅਤੇ ਯੰਗ ਵੋਟਰ ਦਾ ਹਿਸਾਬ ਵੀ ਰੱਖਿਆ ਜਾਣਾ ਹੈ। ਨੈਕਸਟ ਹੈ ਪੋਲਿੰਗ ਅਫਸਰ 2 ਦੀ ਡਿਊਟੀ। PO2 17A ਰਜਿਸਟਰਡ ਆਫ ਵੋਟਰ ਅਤੇ ਅਮਿਟ ਸਿਆਹੀ ਦਾ ਇੰਚਾਰਜ ਹੋਵੇਗਾ। PO2 ਪਹਿਲਾਂ ਵੋਟਰ ਦੀ ਖੱਬੇ ਹੱਥ ਦੀ ਪਹਿਲੀ ਉਂਗਲ ਨੂੰ ਚੈੱਕ ਕਰਨ ਉਪਰੰਤ ਉਸ ਉੱਪਰ ਅਮਿਟ ਸਿਆਹੀ ਲਗਾਏਗਾ। ਉਸ ਇਤਰਾਜ਼ ਨੂੰ 17A ਵਿੱਚ ਦਰਜ ਕਰਕੇ ਉਸ ਦੇ ਹਸਤਾਖਰ ਜਾਂ ਅੰਗੂਠੇ ਦਾ ਨਿਸ਼ਾਨ ਲਵੇਗਾ ਅਤੇ ਉਸ ਨੂੰ ਵੋਟਰ ਸਲਿੱਪ ਜਾਰੀ ਕਰੇਗਾ। ਪੋਲਿੰਗ ਅਫਸਰ 3 PO3 EVM ਦੇ CU ਦਾ ਇੰਚਾਰਜ ਹੁੰਦਾ ਹੈ ਅਤੇ ਉਹ ਵੋਟਰ ਦੇ ਖੱਬੇ ਹੱਥ ਦੀ ਪਹਿਲੀ ਉਂਗਲ ਚੈੱਕ ਕਰਨ ਉਪਰੰਤ ਉਸ ਕੋਲੋਂ ਵੋਟਰ ਸਲਿੱਪ ਸਾਂਭ ਕੇ ਰੱਖ ਲਵੇਗਾ ਅਤੇ CU ਦੇ ਬੈਲਟ ਬਟਨ ਨੂੰ ਪ੍ਰੈਸ ਕਰੇਗਾ। ਇਸ ਤੋਂ ਬਾਅਦ ਉਹ ਵੋਟਰ ਨੂੰ ਵੋਟਿੰਗ ਕੰਪਾਰਟਮੈਂਟ ਵਿੱਚ ਭੇਜ ਕੇ ਉਸ ਨੂੰ ਵੋਟ ਪੋਲ ਕਰਨ ਲਈ ਕਹੇਗਾ। ਇਸ ਦੇ ਨਾਲ ਹੀ ਉਹ ਇਸ ਗੱਲ ਦਾ ਵੀ ਧਿਆਨ ਰੱਖੇਗਾ ਕਿ ਵੋਟਰ ਵੋਟ ਪੋਲ ਕਰਨ ਤੋਂ ਬਾਅਦ EVM ਵਿੱਚੋਂ ਬੀਪ ਦੀ ਆਵਾਜ਼ ਆਈ ਹੈ ਕਿ ਨਹੀਂ। ਉਸ ਤੋਂ ਬਾਅਦ ਪੋਲਿੰਗ ਵਾਲੇ ਦਿਨ ਮੌਕ ਪੋਲ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ। ਮੌਕ ਪੋਲਿੰਗ ਦੇ ਨਿਰਧਾਰਿਤ ਸਮੇਂ ਤੋਂ ਜੋ ਸਮਾਂ ਨਿਰਧਾਰਿਤ ਕੀਤਾ ਜਾਊਗਾ ਉਨੇ ਮਿੰਟ ਪਹਿਲਾਂ ਸ਼ੁਰੂ ਕਰਵਾ ਦਿੱਤੀ ਜਾਵੇ। ਜੇ ਕੋਈ ਪੋਲਿੰਗ ਏਜੰਟ ਹਾਜ਼ਰ ਨਹੀਂ ਹੈ ਤਾਂ 15 ਮਿੰਟ ਦੀ ਉਡੀਕ ਉਪਰੰਤ ਮੌਕ ਪੋਲ ਸ਼ੁਰੂ ਕਰਵਾ ਦਿੱਤੀ ਜਾਵੇ ਅਤੇ ਇਸ ਦੀ ਵੀਡੀਓਗ੍ਰਾਫੀ ਕਰ ਲਈ ਜਾਵੇ। ਜੋ ਮਾਈਕਰੋ ਆਬਜ਼ਰਵਰ ਬੂਥ 'ਤੇ ਨਿਯੁਕਤ ਕੀਤਾ ਗਿਆ ਹੈ ਤਾਂ ਉਸ ਨੂੰ ਵੀ ਮੌਕ ਪੋਲ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸੈਕਟਰ ਅਫਸਰ ਨੂੰ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਜਾਵੇ ਅਤੇ ਉਸ ਨੂੰ ਵੀ ਮੌਕ ਪੋਲ ਵਿੱਚ ਸ਼ਾਮਿਲ ਕੀਤਾ ਜਾਵੇ। ਮੌਕ ਪੋਲ ਕਰਨ ਲਈ BU ਅਤੇ VVPAT ਨੂੰ ਵੋਟਿੰਗ ਕੰਪਾਰਟਮੈਂਟ ਵਿੱਚ ਰੱਖੋ ਅਤੇ CU ਨੂੰ APRO ਦੇ ਟੇਬਲ ਉੱਤੇ ਰੱਖੋ। ਇਸ ਤੋਂ ਬਾਅਦ ਮੌਕ ਪੋਲ ਕਰਾਉਣ ਲਈ ਅਸੀਂ ਮਸ਼ੀਨ ਨੂੰ ਕਿਸ ਤਰ੍ਹਾਂ ਕਨੈਕਟ ਕਰਨਾ ਹੈ। VVPAT ਨੂੰ ਬੈਲਟ ਯੂਨਿਟ ਦੇ ਖੱਬੇ ਪਾਸੇ ਰੱਖਿਆ ਜਾਵੇ। ਜੇ ਮੰਨ ਲਓ ਅਗਰ ਤੁਸੀਂ ਕਨੈਕਸ਼ਨਾਂ ਬਾਰੇ ਭੁੱਲ ਗਏ ਕਿਸ ਤਰ੍ਹਾਂ ਕਨੈਕਸ਼ਨ ਕਰਨੇ ਹੈ ਤਾਂ ਤੁਸੀਂ VVPAT ਨੂੰ ਵਿਚਾਲੇ ਰੱਖ ਲਵੋ ਅਤੇ BU ਅਤੇ CU ਨੂੰ ਦੋਨਾਂ ਨੂੰ ਸਾਈਡ 'ਤੇ ਰੱਖ ਲਵੋ। ਉਸ ਤੋਂ ਬਾਅਦ ਹੀ ਇਹਨਾਂ ਨੂੰ ਕਨੈਕਟ ਕੀਤਾ ਜਾਵੇ। ਇਸ ਦੇ ਕਨੈਕਸ਼ਨ ਸੀਰੀਜ਼ ਵਿੱਚ ਹੋਣਗੇ। ਜਿਸ ਤਰ੍ਹਾਂ ਇਸ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ BU ਨੂੰ VVPAT ਦੇ ਨਾਲ ਕਨੈਕਟ ਕਰਨਾ ਹੈ ਅਤੇ VVPAT ਨੂੰ ਕੰਟਰੋਲ ਯੂਨਿਟ ਦੇ ਨਾਲ ਕਨੈਕਟ ਕਰਨਾ ਹੈ। ਮਸ਼ੀਨ ਦੇ ਕਨੈਕਸ਼ਨ ਕਰਨ ਤੋਂ ਬਾਅਦ ਅਗਲਾ ਕੰਮ ਹੈ VVPAT ਨੂੰ ਵਰਕਿੰਗ ਮੋਡ ਵਰਟੀਕਲ ਵਿੱਚ ਕਰੋ ਅਤੇ ਹੁਣ CU ਨੂੰ ਔਨ ਕਰੋ। ਬਟਨ ਔਨ ਕਰਨ ਤੋਂ ਬਾਅਦ
ਇਹ ਧਿਆਨ ਰੱਖੋ ਕਿ ਸੀਯੂ ਦੇ ਵਿੱਚ ਉਸ ਦਿਨ ਦੀ ਤਾਰੀਖ, ਸਮਾਂ, ਸੀਯੂ ਦਾ ਨੰਬਰ, ਬੈਟਰੀ ਚਾਰਜਿੰਗ ਦੀ ਪਰਸੈਂਟੇਜ, ਕੈਂਡੀਡੇਟ ਦੀ ਗਿਣਤੀ ਸਮੇਤ ਨੋਟਾ ਕੀ ਸਹੀ ਆ ਰਹੇ ਹਨ। ਅਗਰ ਕੋਈ ਸਮੱਸਿਆ ਆ ਰਹੀ ਹੋਵੇ ਤਾਂ ਤੁਰੰਤ ਆਪਣੇ ਸੈਕਟਰ ਅਫਸਰ ਨਾਲ ਤਾਲਮੇਲ ਕਰੋ। ਮੌਕ ਪੋਲ ਤੋਂ ਪਹਿਲਾਂ ਪੋਲਿੰਗ ਏਜੰਟਾਂ ਨੂੰ EVM ਦਾ ਟੋਟਲ ਬਟਨ ਦਬਾ ਕੇ ਚੈੱਕ ਕਰਵਾ ਲਿਆ ਜਾਵੇ ਕਿ ਇਸ ਵਿੱਚ ਪਹਿਲਾਂ ਤੋਂ ਕੋਈ ਵੋਟ ਨਹੀਂ ਹੈ। VVPAT ਦਾ ਖਾਲੀ ਕੰਪਾਰਟਮੈਂਟ ਵੀ ਦਿਖਾਇਆ ਜਾਵੇ ਕਿ ਉਸ ਵਿੱਚ ਕੋਈ ਪਰਚੀ ਨਹੀਂ ਹੈ। ਮੌਕ ਪੋਲ ਦੌਰਾਨ ਹਰ ਇੱਕ ਕੈਂਡੀਡੇਟ ਨੂੰ ਘੱਟੋ ਘੱਟ 3 ਵੋਟਾਂ ਜ਼ਰੂਰ ਪਾਈਆਂ ਜਾਣ ਅਤੇ ਕੁੱਲ ਘੱਟੋ ਘੱਟ 50 ਵੋਟਾਂ ਹੋਣੀਆਂ ਚਾਹੀਦੀਆਂ ਹਨ। ਮੌਕ ਪੋਲ ਦੌਰਾਨ ਕਿਸ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਾਈਆਂ ਹਨ, ਇਹ ਆਪਣੇ ਕੋਲ ਧਿਆਨ ਨਾਲ ਨੋਟ ਕਰ ਲਿਆ ਜਾਵੇ, ਕਿਉਂਕਿ ਇਸ ਦਾ ਜ਼ਿਕਰ ਮੌਕ ਪੋਲ ਸਰਟੀਫਿਕੇਟ ਦੇ ਵਿੱਚ ਵੀ ਕੀਤਾ ਜਾਣਾ ਹੈ। ਉਸ ਸਰਟੀਫਿਕੇਟ ਦੇ ਵਿੱਚ ਇਹ ਜ਼ਿਕਰ ਹੁੰਦਾ ਹੈ ਕਿਹੜਾ ਕੈਂਡੀਡੇਟ ਸੀ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ। ਇਹਨਾਂ ਸਾਰਿਆਂ ਦਾ ਅਲੱਗ-ਅਲੱਗ ਹਿਸਾਬ ਰੱਖਿਆ ਜਾਣਾ ਹੈ, ਇਸ ਲਈ ਇਸ ਨੂੰ ਧਿਆਨ ਨਾਲ ਆਪਣੇ ਕੋਲ ਨੋਟ ਕਰ ਲਿਆ ਜਾਵੇ। ਜਦ ਮੌਕ ਪੋਲ ਲਈ 50 ਵੋਟਾਂ ਪੋਲ ਹੋ ਗਈਆਂ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਸੀਯੂ 'ਤੇ ਕਲੋਜ਼ ਬਟਨ ਨੂੰ ਦਬਾਉਣਾ ਹੈ ਅਤੇ ਪੋਲਿੰਗ ਏਜੰਟਾਂ ਨੂੰ ਇਹ ਵੀ ਦੱਸਣਾ ਹੈ ਕਿ ਹੁਣ ਇਸ 'ਤੇ ਵੋਟ ਨਹੀਂ ਪਾਈ ਜਾ ਸਕਦੀ। ਰਿਜ਼ਲਟ ਬਟਨ ਦੱਬਣ ਤੋਂ ਬਾਅਦ ਮਸ਼ੀਨ ਉੱਤੇ ਦਿਖਾ ਦਿੱਤਾ ਜਾਵੇ ਕਿ ਕਿਸ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਹਨ ਅਤੇ ਪੋਲਿੰਗ ਏਜੰਟਾਂ ਨੂੰ ਦਿਖਾਇਆ ਜਾਵੇ ਕਿ ਜਿੰਨੀਆਂ ਵੋਟਾਂ ਮਸ਼ੀਨ 'ਤੇ ਆ ਰਹੀਆਂ ਹਨ ਉਸ ਦੀਆਂ ਓਨੀਆਂ ਹੀ ਪਰਚੀਆਂ ਹਨ। ਤੀਸਰਾ ਬਟਨ ਹੈ ਕਲੀਅਰ ਬਟਨ। ਫਿਰ ਮਸ਼ੀਨ 'ਤੇ ਕਲੀਅਰ ਬਟਨ ਨੂੰ ਦੱਬਿਆ ਜਾਵੇ ਅਤੇ ਪੋਲਿੰਗ ਏਜੰਟਾਂ ਨੂੰ ਇਹ ਦੱਸਿਆ ਜਾਵੇ ਕਿ ਹੁਣ ਕੈਂਡੀਡੇਟ ਨੂੰ ਪਾਈਆਂ ਵੋਟਾਂ 0 ਹੋ ਗਈਆਂ ਹਨ। ਸਭ ਤੋਂ ਜ਼ਰੂਰੀ ਗੱਲ ਜੋ ਤੁਸੀਂ ਭੁੱਲਣੀ ਨਹੀਂ ਹੈ, ਮਸ਼ੀਨ 'ਤੇ ਮੌਕ ਪੋਲ ਪੂਰਾ ਹੋ ਜਾਣ ਤੋਂ ਬਾਅਦ ਤੁਸੀਂ ਕਲੋਜ਼, ਰਿਜ਼ਲਟ ਅਤੇ ਕਲੀਅਰ ਤਿੰਨਾਂ ਨੂੰ ਵਾਰੀ-ਵਾਰੀ ਜ਼ਰੂਰ ਦਬਾਉਣਾ ਹੈ। ਇਸ ਤੋਂ ਬਗੈਰ ਤੁਹਾਡੀ ਵੋਟਿੰਗ ਸਟਾਰਟ ਨਹੀਂ ਹੋ ਸਕਦੀ। ਮੌਕ ਪੋਲ ਦੀਆਂ ਪਰਚੀਆਂ ਦੇ ਪਿਛਲੇ ਪਾਸੇ ਮੌਕ ਪੋਲ ਸਲਿੱਪ ਦੀ ਮੋਹਰ ਲਗਾ ਦਿੱਤੀ ਜਾਵੇ। ਮੌਕ ਪੋਲ ਦੀਆਂ VVPAT ਪਰਚੀਆਂ ਇਕੱਠੀਆਂ ਕਰਕੇ ਦਿੱਤੇ ਗਏ ਛੋਟੇ ਕਾਲੇ ਲਿਫਾਫੇ ਵਿੱਚ ਸੀਲ ਕਰ ਦਿੱਤੀਆਂ ਜਾਣ। ਫਿਰ ਇਸ ਨੂੰ ਕਾਲੇ ਲਿਫਾਫੇ ਨੂੰ ਪਲਾਸਟਿਕ ਦੇ ਦਿੱਤੇ ਡੱਬੇ ਵਿੱਚ ਸੀਲ ਕਰਕੇ ਪਿੰਕ ਸੀਲ ਲਗਾਈ ਜਾਵੇ। ਪਿੰਕ ਸੀਲ 'ਤੇ ਪੋਲਿੰਗ ਏਜੰਟਾਂ ਦੇ ਹਸਤਾਖਰ ਕਰਵਾਏ ਜਾਣ। ਇਸ ਤੋਂ ਬਾਅਦ ਤੁਸੀਂ ਕੰਟਰੋਲ ਯੂਨਿਟ 'ਤੇ ਸਵਿਚ ਆਫ ਕਰ ਦੇਣਾ ਹੈ ਅਤੇ ਸੀਲਾਂ ਲਗਾਉਣ ਦਾ ਕੰਮ ਸ਼ੁਰੂ ਕਰਨਾ ਹੈ। ਨੈਕਸਟ ਹੈ ਰਿਜ਼ਲਟ ਸੈਕਸ਼ਨ ਨੂੰ ਸੀਲ ਕਰਨਾ। ਇਸ ਤੋਂ ਬਾਅਦ ਸੀਯੂ ਦੇ ਰਿਜ਼ਲਟ ਸੈਕਸ਼ਨ ਨੂੰ ਮੋਡੀਫਾਈਡ ਗ੍ਰੀਨ ਪੇਪਰ ਸੀਲ ਲਗਾ ਕੇ ਸੀਲ ਕਰੋ, ਜੋ ਕਿ ਇਸ ਵਾਰ ਨਵੀਂ ਆਈ ਹੈ ਅਤੇ ਉਸ ਉੱਪਰ ਹੀ AB ਲਿਖਿਆ ਹੋਇਆ ਹੈ। ਇਹ ਹੈ ਗ੍ਰੀਨ ਪੇਪਰ ਸੀਲ ਜੋ ਕਿ ਨਵੀਂ ਆਈ ਹੈ। ਇਸ ਉੱਪਰ ਹਰਾ ਰੰਗ ਹੈ, ਨੀਚੇ ਔਰੇਂਜ ਰੰਗ ਹੈ। ਉੱਪਰਲੀ ਸਾਈਡ A ਲਿਖਿਆ ਹੋਇਆ ਹੈ, ਨੀਚਲੀ ਸਾਈਡ B ਲਿਖਿਆ ਹੋਇਆ ਹੈ। ਪਹਿਲਾਂ ਇੱਕ ਸਟ੍ਰਿਪ ਸੇਲ ਹੁੰਦੀ ਸੀ ਜਿਹਦੇ ਉੱਪਰ ABCD ਲਿਖਿਆ ਹੁੰਦਾ ਸੀ, ਉਹ ਹੁਣ ਇਸ ਵਾਰ ਨਹੀਂ ਹੈ। ਇਸ ਵਾਰ ਇਹ ਮੋਡੀਫਾਈਡ ਗ੍ਰੀਨ ਪੇਪਰ ਸੀਲ ਹੈ। ਜਿਸ ਤਰ੍ਹਾਂ ਡਾਇਗਰਾਮ ਵਿੱਚ ਦਿਖ ਰਿਹਾ ਹੈ, ਪਹਿਲਾਂ A ਉੱਪਰ ਵੈਕਸ ਪੇਪਰ ਹਟਾ ਕੇ A ਨੂੰ ਮਸ਼ੀਨ ਦੇ ਉੱਪਰ ਲਗਾਉਣਾ ਹੈ। ਉਸ ਤੋਂ ਬਾਅਦ B ਦਾ ਵੈਕਸ ਪੇਪਰ ਹਟਾ ਕੇ ਇਸ ਨੂੰ A ਦੇ ਉੱਪਰ ਲਗਾ ਦੇਣਾ ਹੈ। ਇਸ ਤੋਂ ਬਾਅਦ ਸੀਯੂ ਦੇ ਰਿਜ਼ਲਟ ਸੈਕਸ਼ਨ ਨੂੰ ਸਪੈਸ਼ਲ ਟੈਗ ਲਗਾ ਕੇ ਸੀਲ ਕਰਨਾ ਹੈ
ਅਤੇ ਉਸ ਉੱਪਰ ਵੀ ਪੋਲਿੰਗ ਏਜੰਟਾਂ ਦੇ ਦਸਤਖਤ ਕਰਵਾ ਲਏ ਜਾਣ। ਇਸ ਤੋਂ ਬਾਅਦ ਸੀਯੂ ਦੇ ਰਿਜ਼ਲਟ ਸੈਕਸ਼ਨ ਨੂੰ ਐਡਰੈਸ ਟੈਗ ਲਗਾ ਕੇ ਸੀਲ ਕਰੋ। ਸਾਰੇ ਤਰ੍ਹਾਂ ਦੀਆਂ ਸੀਲਾਂ ਲਗਾਉਣ ਤੋਂ ਬਾਅਦ PRO ਅਤੇ ਪੋਲਿੰਗ ਏਜੰਟਾਂ ਦੇ ਹਸਤਾਖਰ ਹੋਣਗੇ। ਵੀਵੀਪੈਟ ਦੇ ਵੋਟਰ ਪਰਚੀਆਂ ਵਾਲੇ ਖਾਲੀ ਸੈਕਸ਼ਨ ਨੂੰ ਪੋਲਿੰਗ ਏਜੰਟਾਂ ਨੂੰ ਦਿਖਾਉਣ ਉਪਰੰਤ ਐਡਰੈਸ ਟੈਗ ਨਾਲ ਸੀਲ ਕਰ ਦਿੱਤਾ ਜਾਵੇ। ਇਸ ਨੂੰ ਕਿਸੇ ਵੀ ਹਾਲਤ ਵਿੱਚ ਮੁੜ ਨਾ ਖੋਲ੍ਹਿਆ ਜਾਵੇ। ਜੋ ਅਸੀਂ ਮੌਕ ਪੋਲ ਵਾਲੀਆਂ 7 ਪਰਚੀਆਂ ਅਤੇ 50 ਪਰਚੀਆਂ ਨੂੰ ਕੱਢਿਆ ਹੈ, ਉਹਨਾਂ ਨੂੰ ਕੱਢ ਕੇ ਕਾਲੇ ਲਿਫਾਫੇ ਵਿੱਚ ਪਾਉਣਾ ਹੈ ਅਤੇ ਫਿਰ ਉਸ ਨੂੰ ਪਲਾਸਟਿਕ ਦੀ ਡੱਬੀ ਵਿੱਚ ਪਾਉਣਾ ਹੈ ਅਤੇ ਫਿਰ ਉਸ ਉੱਪਰੋਂ ਪਿੰਕ ਸੀਲ ਲਗਾਉਣੀ ਹੈ। ਇਸ ਕਾਲੇ ਲਿਫਾਫੇ ਉੱਪਰ ਅਤੇ ਪਿੰਕ ਸੀਲ ਉੱਪਰ PRO ਸਾਹਿਬਾਨ ਆਪਣੇ ਸਾਈਨ ਕਰਨਗੇ ਅਤੇ ਇਹਨਾਂ ਦੋਨਾਂ ਉੱਪਰ ਪੋਲਿੰਗ ਏਜੰਟਾਂ ਦੇ ਵੀ ਸਾਈਨ ਕਰਵਾ ਲਏ ਜਾਣ। ਮੌਕ ਪੋਲ ਤੋਂ ਬਾਅਦ ਮੌਕ ਪੋਲ ਸਰਟੀਫਿਕੇਟ ਭਰਿਆ ਜਾਂਦਾ ਹੈ। ਇਸ ਸਰਟੀਫਿਕੇਟ ਦੇ ਵਿੱਚ ਕੰਟਰੋਲ ਯੂਨਿਟ, ਬੈਲਟ ਯੂਨਿਟ ਅਤੇ ਵੀਵੀਪੈਟ ਦਾ ਸੀਰੀਅਲ ਨੰਬਰ, ਕੈਂਡੀਡੇਟ ਦਾ ਨਾਮ, ਕਿੰਨੀਆਂ ਵੋਟਾਂ ਪਾਈਆਂ ਹਨ, ਪੋਲਿੰਗ ਏਜੰਟਾਂ ਦਾ ਨਾਮ, ਉਹਨਾਂ ਦੀ ਪਾਰਟੀ ਦਾ ਨਾਮ ਅਤੇ ਉਹਨਾਂ ਦੇ ਸਾਈਨ ਵੀ ਹੋਣੇ ਹਨ। ਅਗਲਾ ਹੈ ਮਸ਼ੀਨ ਵਿੱਚ ਨੁਕਸ ਪੈਣ 'ਤੇ। ਮੌਕ ਪੋਲ ਖਤਮ ਹੋਣ ਤੱਕ ਜੇ ਸੀਯੂ, BU ਜਾਂ ਵੀਵੀਪੈਟ ਯੂਨਿਟ ਖਰਾਬ ਹੁੰਦੀ ਹੈ ਤਾਂ ਸਿਰਫ ਖਰਾਬ ਹੋਈ ਯੂਨਿਟ ਹੀ ਬਦਲੀ ਜਾਵੇਗੀ। ਮੌਕ ਪੋਲ ਖਤਮ ਹੋ ਚੁੱਕੀ ਹੈ, ਐਕਚੁਅਲ ਪੋਲ ਸ਼ੁਰੂ ਹੋ ਚੁੱਕੀ ਹੈ। ਤਾਂ ਚੋਣ ਸ਼ੁਰੂ ਹੋਣ ਤੋਂ ਬਾਅਦ ਜੇ ਸੀਯੂ ਜਾਂ BU ਖਰਾਬ ਹੁੰਦਾ ਹੈ ਤਾਂ ਪੂਰਾ ਸੈੱਟ ਭਾਵ ਸੀਯੂ, BU, ਵੀਵੀਪੈਟ ਬਦਲਿਆ ਜਾਵੇਗਾ ਤੇ ਦੁਬਾਰਾ ਮੌਕ ਪੋਲ ਕਰਵਾਈ ਜਾਵੇਗੀ। ਮੌਕ ਪੋਲ ਕਰਦੇ ਸਮੇਂ ਹਰੇਕ ਉਮੀਦਵਾਰ ਨੂੰ ਸਮੇਤ ਨੋਟਾ ਇੱਕ ਵੋਟ ਪਾ ਕੇ ਦੇਖਿਆ ਜਾਵੇਗਾ। ਮੌਕ ਪੋਲ ਤੋਂ ਬਾਅਦ ਚੋਣ ਸ਼ੁਰੂ ਹੋਣ ਤੋਂ ਬਾਅਦ ਜੇ ਵੀਵੀਪੈਟ ਖਰਾਬ ਹੁੰਦਾ ਹੈ ਤਾਂ ਕੇਵਲ ਵੀਵੀਪੈਟ ਹੀ ਬਦਲਿਆ ਜਾਵੇਗਾ ਤੇ ਦੁਬਾਰਾ ਮੌਕ ਪੋਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਚੋਣ ਦੌਰਾਨ ਕਿਸੇ ਵੀ ਕਿਸਮ ਦੀ ਸਮੱਸਿਆ ਹੋਣ 'ਤੇ ਪ੍ਰੈਜ਼ਾਈਡਿੰਗ ਅਫਸਰ ਆਪਣੇ ਸੈਕਟਰ ਅਫਸਰ ਨਾਲ ਰਾਬਤਾ ਕਾਇਮ ਕਰਨਗੇ। ਅਗਲਾ ਹੈ ਜੀ ਪੋਲਿੰਗ ਦੌਰਾਨ ਸਮਝਣ ਵਾਲੀਆਂ ਅਹਿਮ ਗੱਲਾਂ। ਵੋਟ ਪਾਉਣ ਲਈ ਪਛਾਣ ਪੱਤਰ। ਸਿਰਫ ਵੋਟ ਪਰਚੀ ਨਾਲ ਵੋਟ ਨਹੀਂ ਪਾਈ ਜਾ ਸਕਦੀ, ਇਸ ਦੇ ਵਿੱਚੋਂ ਕੋਈ ਇੱਕ ਪਛਾਣ ਪੱਤਰ ਜ਼ਰੂਰੀ ਹੈ। ਪਛਾਣ ਪੱਤਰ ਕੀ ਹੈ? ਜਿਵੇਂ ਵੋਟਰ ਕਾਰਡ, ਮਨਰੇਗਾ ਕਾਰਡ, ਪੈਨ ਕਾਰਡ, ਪਾਸਪੋਰਟ, ਲਾਇਸੈਂਸ, ਪਾਸਬੁੱਕ, ਪੈਨਸ਼ਨ ਬੁੱਕ, ਸਰਕਾਰੀ ਸਰਵਿਸ ਸ਼ਨਾਖਤੀ ਕਾਰਡ, ਕਿਰਤ ਵਿਭਾਗ ਦਾ ਕਾਰਡ। ਪੋਲਿੰਗ ਬੂਥ ਦੇ ਅੰਦਰ ਕੌਣ-ਕੌਣ ਆ ਸਕਦਾ ਹੈ? ਵੋਟਰ, ਉਮੀਦਵਾਰ, ਚੋਣ ਏਜੰਟ, ਪੋਲਿੰਗ ਏਜੰਟ, ਇਲੈਕਸ਼ਨ ਕਮਿਸ਼ਨ ਤੋਂ ਨਾਮਜ਼ਦ ਪੱਤਰਕਾਰ, ਮਾਈਕਰੋ ਆਬਜ਼ਰਵਰ, ਚੋਣਾਂ ਦੇ ਸੰਬੰਧ ਵਿੱਚ ਲੱਗੇ ਕਰਮਚਾਰੀ, ਚੋਣ ਕਮਿਸ਼ਨ ਵੱਲੋਂ ਲਗਾਏ ਆਬਜ਼ਰਵਰ, ਗੋਦ ਵਿੱਚ ਚੁੱਕਿਆ ਬੱਚਾ, ਅੰਨ੍ਹੇ ਜਾਂ ਅਪਾਹਜ ਵੋਟਰ ਸਾਥੀ, ਸ਼ਨਾਖਤ ਲਈ ਬੁਲਾਇਆ ਵਿਅਕਤੀ, Z+ ਸਿਕਿਉਰਿਟੀ ਲਈ ਇੱਕ ਗਾਰਡ, ਉਹ ਵੀ ਲੁਕੇ ਹਥਿਆਰਾਂ ਨਾਲ। ਆਓ ਹੁਣ ਰੂਲਾਂ ਬਾਰੇ ਗੱਲ ਕਰਦੇ ਹਾਂ। ਰੂਲ 49O। ਜੇਕਰ ਕੋਈ ਵੋਟਰ 17A ਵਿੱਚ ਆਪਣੀ ਐਂਟਰੀ ਕਰਾਉਣ ਤੋਂ ਬਾਅਦ ਅਤੇ ਸੀਯੂ ਦਾ ਬੈਲਟ ਬਟਨ ਦੱਬਣ ਤੋਂ ਬਾਅਦ ਕਿਸੇ ਵੀ ਕੈਂਡੀਡੇਟ ਨੂੰ ਵੋਟ ਨਾ ਪਾਉਣ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਵੋਟ ਪਾਉਣ ਲਈ ਮਜਬੂਰ ਨਾ ਕੀਤਾ ਜਾਵੇ। ਇਸ ਸਥਿਤੀ ਵਿੱਚ ਤੁਸੀਂ ਫਾਰਮ 17A ਵਿੱਚ ਰਿਫਿਊਜ਼ ਟੂ ਵੋਟ ਰੂਲ 49O ਲਿਖੋਗੇ। ਇਸ ਰਿਮਾਰਕ ਦੇ ਹੇਠਾਂ PRO ਅਤੇ ਵੋਟਰ ਦੇ ਪੂਰੇ ਦਸਤਖਤ ਹੋਣੇ ਚਾਹੀਦੇ ਹਨ। ਨੈਕਸਟ ਰੂਲ ਹੈ 49M। ਜੇਕਰ ਕੋਈ ਵੋਟਰ ਫਾਰਮ
17A ਵਿੱਚ ਆਪਣੀ ਐਂਟਰੀ ਕਰਾਉਣ ਤੋਂ ਬਾਅਦ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਗੁਪਤ ਨਹੀਂ ਰੱਖਦਾ ਹੈ ਜਾਂ ਕੋਈ ਹੋਰ ਨਿਯਮ ਭੰਗ ਕਰਦਾ ਹੈ, ਤਾਂ ਇਸ ਹਾਲਤ ਵਿੱਚ PRO ਉਸ ਨੂੰ ਵੋਟ ਪਾਉਣ ਤੋਂ ਰੋਕ ਸਕਦਾ ਹੈ। ਇਸ ਸਥਿਤੀ ਵਿੱਚ ਤੁਸੀਂ ਫਾਰਮ 17A ਦੇ ਵਿੱਚ ਨਾਟ ਅਲਾਊਡ ਟੂ ਵੋਟ ਰੂਲ 49M ਲਿਖੋਗੇ ਅਤੇ ਇਸ ਰਿਮਾਰਕ ਦੇ ਹੇਠਾਂ ਪੂਰੇ ਦਸਤਖਤ ਕਰਨੇ ਹਨ। ਜੇਕਰ ਇਹ ਪ੍ਰਕਿਰਿਆ ਅਖੀਰਲਾ ਵੋਟਰ ਕਰਦਾ ਹੈ ਤਾਂ APRO CU ਨੂੰ ਆਫ ਕਰੇਗਾ ਅਤੇ ਫਿਰ CU ਨੂੰ ਔਨ ਕਰੇਗਾ ਅਤੇ ਵੋਟਿੰਗ ਪ੍ਰਕਿਰਿਆ ਬੰਦ ਹੋਣ ਤੋਂ ਬਾਅਦ ਉਹ ਕਲੋਜ਼ ਬਟਨ ਦੱਬੇਗਾ। ਅਗਲਾ ਹੈ ਟੈਸਟ ਵੋਟ ਰੂਲ 49MA। ਜੇ ਕੋਈ ਕਹੇ ਕਿ ਪਰਚੀ ਹੋਰ ਨਿਕਲੀ। ਕੋਈ ਵੋਟਰ ਵੋਟ ਪਾ ਕੇ ਇਹ ਸ਼ਿਕਾਇਤ ਕਰੇ ਕਿ ਮੈਂ ਜਿਸ ਕੈਂਡੀਡੇਟ ਦਾ ਬਟਨ ਦਬਾਇਆ ਸੀ VVPAT ਵਿੱਚੋਂ ਕਿਸੇ ਹੋਰ ਕੈਂਡੀਡੇਟ ਦੀ ਪਰਚੀ ਨਿਕਲੀ ਹੈ, ਤਾਂ ਉਸ ਨੂੰ ਪਹਿਲਾਂ ਸਮਝਾਇਆ ਜਾਵੇ ਕਿ ਜੇਕਰ ਉਹ ਗਲਤ ਨਿਕਲਿਆ ਤਾਂ ਉਸ ਨੂੰ 6 ਮਹੀਨੇ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੇਕਰ ਵੋਟਰ ਫਿਰ ਵੀ ਟੈਸਟ ਵੋਟ ਪਾਉਣ ਤੋਂ ਬਜਿੱਦ ਹੈ ਤਾਂ ਉਸ ਕੋਲੋਂ ਡਿਕਲੇਰੇਸ਼ਨ ਅੰਡਰ ਰੂਲ 49MA ਭਰਵਾ ਲਿਆ ਜਾਵੇ ਅਤੇ ਉਕਤ ਵੋਟਰ ਕੋਲੋਂ PRO ਅਤੇ ਪੋਲਿੰਗ ਏਜੰਟ ਦੀ ਹਾਜ਼ਰੀ ਵਿੱਚ ਟੈਸਟ ਵੋਟ ਪਵਾ ਲਈ ਜਾਵੇ। ਜੇਕਰ ਵੋਟਰ ਸਹੀ ਪਾਇਆ ਜਾਂਦਾ ਹੈ ਤਾਂ PRO ਤੁਰੰਤ ਵੋਟਿੰਗ ਪ੍ਰਕਿਰਿਆ ਰੋਕ ਦੇਣਗੇ ਅਤੇ ਆਪਣੇ RO ਸਾਹਿਬ ਨੂੰ ਸੂਚਿਤ ਕਰਨਗੇ। PRO ਸਾਹਿਬਾਨ ਇਸ ਦੀ ਐਂਟਰੀ 17A ਵਿੱਚ ਕਰਨਗੇ ਅਤੇ ਇਹ ਵੀ ਧਿਆਨ ਰੱਖਣਗੇ ਕਿ ਕਿਸ ਕੈਂਡੀਡੇਟ ਨੂੰ ਵੋਟ ਪਾਈ ਗਈ ਹੈ ਅਤੇ ਟੈਸਟ ਵੋਟ ਦੀ ਐਂਟਰੀ ਫਾਰਮ 17C ਵਿੱਚ ਕਰਨਗੇ। ਇਹ ਵੀ ਲਿਖਿਆ ਜਾਵੇਗਾ ਕਿ 17A ਵਿੱਚ ਇਸ ਦਾ ਸੀਰੀਅਲ ਨੰਬਰ ਕੀ ਹੈ ਅਤੇ ਕਿਸ ਕੈਂਡੀਡੇਟ ਨੂੰ ਵੋਟ ਪਾਈ ਗਈ ਹੈ। ਨੈਕਸਟ ਹੈ ਬਲਾਈਂਡ ਐਂਡ ਇਨਫਰਮ ਵੋਟਰਸ। ਅਗਰ ਕਿਸੇ ਵੋਟਰ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ ਜਾਂ ਅਪਾਹਿਜ ਹੈ ਤਾਂ ਉਸ ਨਾਲ ਉਸ ਦਾ ਸਾਥੀ ਜੋ 18 ਸਾਲ ਤੋਂ ਉੱਪਰ ਹੈ ਉਸ ਦੀ ਵੋਟ ਪਾ ਸਕਦਾ ਹੈ। ਇਸ ਦਾ ਰਿਕਾਰਡ 14A ਫਾਰਮ ਵਿੱਚ ਭਰਿਆ ਜਾਣਾ ਹੈ ਅਤੇ ਡੈਕਲੇਰੇਸ਼ਨਸ ਆਫ ਦੀ ਕੰਪੈਨੀਅਨਸ ਭਰਿਆ ਜਾਣਾ ਹੈ। ਇਸ ਵਿੱਚ ਸ਼ਾਹੀ ਦਾ ਨਿਸ਼ਾਨ ਸੱਜੇ ਹੱਥ ਦੀ ਪਹਿਲੀ ਉਂਗਲ 'ਤੇ ਲਗਾਉਣਾ ਹੈ। 2 ਘੰਟੇ ਬਾਅਦ ਰਿਪੋਰਟ ਸੰਬੰਧੀ ਮੇਲ ਫੀਮੇਲ ਵੋਟਰਾਂ ਦਾ ਰਿਕਾਰਡ ਅਲੱਗ ਤੋਂ ਰੱਖਿਆ ਜਾਵੇ। ਇਸ ਸੰਬੰਧੀ ਸੈਕਟਰ ਅਫਸਰ ਵੱਲੋਂ 2-2 ਘੰਟੇ ਬਾਅਦ ਰਿਪੋਰਟ ਲਈ ਜਾਵੇਗੀ। ਟੈਂਡਰ ਵੋਟ ਕੀ ਹੈ? ਜਦੋਂ ਕੋਈ ਵੋਟਰ ਪਹਿਲੇ PO ਕੋਲ ਆਪਣੀ ਵੋਟਰ ਸਲਿੱਪ ਲੈ ਕੇ ਜਾਂਦਾ ਹੈ ਤਾਂ ਵੋਟਰ ਸੂਚੀ ਵਿੱਚ ਮਾਰਕਿੰਗ ਤੋਂ ਪਤਾ ਚੱਲਦਾ ਹੈ ਕਿ ਉਸ ਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਜੇਕਰ ਵੋਟਰ ਸਹੀ ਹੈ ਤਾਂ ਉਸ ਨੂੰ EVM 'ਤੇ ਵੋਟ ਪਾਉਣ ਦੀ ਬਜਾਏ ਪ੍ਰੀਜ਼ਾਈਡਿੰਗ ਅਫਸਰ ਵੱਲੋਂ ਬੈਲਟ ਪੇਪਰ ਜਾਰੀ ਕੀਤਾ ਜਾਵੇਗਾ, ਜਿਸ ਨੂੰ ਟੈਂਡਰ ਬੈਲਟ ਪੇਪਰ ਕਿਹਾ ਜਾਂਦਾ ਹੈ। ਪ੍ਰੀਜ਼ਾਈਡਿੰਗ ਅਫਸਰ ਉਸ ਨੂੰ ਬੈਲਟ ਪੇਪਰ ਵਿੱਚੋਂ ਆਖਰੀ ਲੜੀ ਵਾਲਾ ਬੈਲਟ ਪੇਪਰ ਜਾਰੀ ਕਰੇਗਾ ਅਤੇ ਉਸ ਨੂੰ ਐਰੋ ਮਾਰਕ ਵਾਲੀ ਸਟੈਂਪ ਦੇਣਗੇ ਅਤੇ ਵੋਟਿੰਗ ਕੰਪਾਰਟਮੈਂਟ ਵਿੱਚ ਜਾ ਕੇ ਬੈਲਟ ਪੇਪਰ 'ਤੇ ਨਿਸ਼ਾਨ ਲਗਾਉਣ ਲਈ ਕਹਿਣਗੇ ਅਤੇ PRO ਸਾਹਿਬਾਨ ਵੋਟ ਪਾਉਣ ਤੋਂ ਬਾਅਦ ਉਸ ਨੂੰ ਟੈਂਡਰ ਬੈਲਟ ਪੇਪਰ ਵਾਲੇ ਲਿਫਾਫੇ ਵਿੱਚ ਸੀਲ ਕਰਨਗੇ। ਇਸ ਦਾ ਰਿਕਾਰਡ ਫਾਰਮ ਨੰਬਰ 17B ਵਿੱਚ ਦਰਜ ਕੀਤਾ ਜਾਵੇਗਾ। ਅਗਲਾ ਹੈ ਚੈਲੰਜਡ ਵੋਟ। ਜਦੋਂ ਕੋਈ ਵੋਟਰ ਪਹਿਲੇ ਪੋਲਿੰਗ ਅਫਸਰ ਕੋਲ ਜਾਂਦਾ ਹੈ ਅਤੇ ਕਿਸੇ ਪੋਲਿੰਗ ਏਜੰਟ ਵੱਲੋਂ ਉਸ ਦੀ ਪਛਾਣ ਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਇਹ ਵੋਟਰ ਲਿਸਟ ਵਾਲਾ ਨਹੀਂ ਹੈ, ਤਾਂ ਉਸ ਨੂੰ ਚੈਲੰਜ ਵੋਟ ਕਹਿੰਦੇ ਹਨ। ਇਸ ਤਰ੍ਹਾਂ ਦੀ ਹਾਲਤ ਵਿੱਚ ਪ੍ਰੀਜ਼ਾਈਡਿੰਗ ਅਫਸਰ ਚੈਲੰਜ ਕਰਨ ਵਾਲੇ ਏਜੰਟ ਤੋਂ 2 ਰੁਪਏ ਵਸੂਲ ਕੇ ਉਸ ਨੂੰ ਰਸੀਦ ਦੇਵੇਗਾ
ਉਸ ਤੋਂ ਬਾਅਦ ਵੋਟਰ ਕੋਲੋਂ ਉਸ ਦੇ ਪਛਾਣ ਸੰਬੰਧੀ ਸਬੂਤਾਂ ਦੀ ਮੰਗ ਕਰੇਗਾ। ਜੇਕਰ ਪਛਾਣ ਵਿੱਚ ਵੋਟਰ ਸਹੀ ਪਾਇਆ ਜਾਂਦਾ ਹੈ ਤਾਂ ਚੈਲੰਜ ਕਰਨ ਵਾਲੇ ਪੋਲਿੰਗ ਏਜੰਟ ਦੀ ਫੀਸ ਜ਼ਬਤ ਕਰ ਲਈ ਜਾਵੇਗੀ ਅਤੇ ਵੋਟਰ ਨੂੰ ਵੋਟ ਪਾਉਣ ਦਿੱਤੀ ਜਾਵੇਗੀ। ਨੋਟ: ਜੇਕਰ ਵੋਟਰ ਗਲਤ ਪਾਇਆ ਜਾਂਦਾ ਹੈ ਤਾਂ ਫੀਸ ਵਾਪਸ ਕਰ ਦਿੱਤੀ ਜਾਵੇਗੀ ਅਤੇ ਵੋਟਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਇਸ ਦੀ ਐਂਟਰੀ ਫਾਰਮ ਨੰਬਰ 14 ਵਿੱਚ ਕੀਤੀ ਜਾਵੇਗੀ। ਨੈਕਸਟ ਹੈ ESD ਲਿਸਟ, ਐਬਸੈਂਟ, ਸ਼ਿਫਟਡ ਐਂਡ ਡੈਡ ਵੋਟਰਸ। ਜੇਕਰ RO ਦੁਆਰਾ ਦਿੱਤੀ ਗਈ ESD ਲਿਸਟ ਵਿੱਚੋਂ ਕੋਈ ਵੋਟਰ ਵੋਟ ਪਾਉਣ ਆ ਜਾਂਦਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਸ਼ਨਾਖਤ ਕਰਨ ਤੋਂ ਬਾਅਦ ਵੋਟ ਪਵਾ ਲਈ ਜਾਵੇ, ਉਸ ਨੂੰ ਰੋਕਿਆ ਨਾ ਜਾਵੇ। ਇਸ ਦਾ ਰਿਕਾਰਡ ਅਲੱਗ ਤੋਂ ਰੱਖਿਆ ਜਾਵੇ। ESD ਵੋਟਰ ਦਾ ਹਸਤਾਖਰ ਦੇ ਨਾਲ ਅੰਗੂਠੇ ਦਾ ਨਿਸ਼ਾਨ ਲਗਾਉਣਾ ਹੈ। ਵੋਟਿੰਗ ਖਤਮ ਹੋਣ ਤੋਂ ਬਾਅਦ ਸਰਟੀਫਿਕੇਟ ESD ਵੀ ਭਰਿਆ ਜਾਣਾ ਹੈ। 17A ਵਿੱਚ ਆਖਰੀ ਕਾਲਮ ਵਿੱਚ ESD ਲਿਖਿਆ ਜਾਵੇ। ਨੈਕਸਟ ਹੈ ਕਲਾਸੀਫਾਈਡ ਸਰਵਿਸ ਵੋਟਰ, ਇਸ ਨੂੰ CSV ਵੀ ਕਹਿੰਦੇ ਹਨ, ਵੋਟਿੰਗ ਬਾਏ ਪ੍ਰੋਕਸੀ। ਜੇ ਕੋਈ CSV ਵੋਟਰ ਦੀ ਵੋਟ ਪਾਉਣ ਆਉਂਦਾ ਹੈ ਤਾਂ ਉਸ ਦੇ ਸਾਰੇ ਕਾਗਜ਼ਾਤ ਚੈੱਕ ਕਰ ਲਏ ਜਾਣ। RO ਸਾਹਿਬ ਵੱਲੋਂ ਦਿੱਤੀ ਲਿਸਟ ਨਾਲ ਮਿਲਾਨ ਕਰ ਲਿਆ ਜਾਵੇ ਅਤੇ ਆਮ ਵੋਟਰ ਦੀ ਤਰ੍ਹਾਂ ਹੀ ਅਧਿਕਾਰ ਦਿੱਤੇ ਗਏ ਵੋਟਰ ਨੂੰ ਵੋਟ ਪਾਉਣ ਦੀ ਆਗਿਆ ਦਿੱਤੀ ਜਾਵੇ। ਪਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਜੋ ਇੰਕ ਹੈ ਖੱਬੇ ਹੱਥ ਦੀ ਵਿਚਕਾਰਲੀ ਉਂਗਲ 'ਤੇ ਲਗਾਉਣੀ ਹੈ। ਜਦੋਂ ਇਹ ਵੋਟਰ ਆਪਣੀ ਖੁਦ ਦੀ ਵੋਟ ਪਾਵੇਗਾ ਤਾਂ ਆਮ ਵੋਟਰਾਂ ਦੀ ਤਰ੍ਹਾਂ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ 'ਤੇ ਹੀ ਲੱਗੇਗੀ। CSV ਵੋਟਰ ਦੀ ਐਂਟਰੀ ਰਜਿਸਟਰਸ ਆਫ ਵੋਟ 17A ਦੇ ਦੂਜੇ ਕਾਲਮ ਵਿੱਚ ਇਸ ਤਰ੍ਹਾਂ ਕਰਨੀ ਹੈ। PV ਮਤਲਬ ਪ੍ਰੋਕਸੀ ਵੋਟਰ। ਅਗਲਾ ਹੈ ਜੀ EDC, ਇਲੈਕਸ਼ਨ ਡਿਊਟੀ ਸਰਟੀਫਿਕੇਟ। ਕਈ ਵਾਰ ਮਾਰਕਡ ਕਾਪੀ ਦੇ ਵਿੱਚ EDC ਲਿਖਿਆ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਸਰਕਾਰੀ ਕਰਮਚਾਰੀ ਨੂੰ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਾਰੀ ਹੋਇਆ ਹੈ। ਉਹ ਸਰਟੀਫਿਕੇਟ ਦੇ ਨਾਲ ਹੀ ਵੋਟ ਪਾ ਸਕਦਾ ਹੈ। PO1 ਇਸ ਦਾ ਖਾਸ ਤੌਰ 'ਤੇ ਧਿਆਨ ਰੱਖਣਗੇ। ਨੈਕਸਟ ਹੈ ਇੰਪੋਰਟੈਂਟ ਨੋਟਸ। ਜੇਕਰ ਵੋਟਰ ਦੇ ਵੋਟ ਪਾਉਣ ਦੌਰਾਨ VVPAT ਵਿੱਚੋਂ ਵੋਟਰ ਪਰਚੀ ਕੱਟ ਕੇ ਥੱਲੇ ਨਹੀਂ ਡਿੱਗਦੀ ਤਾਂ ਇਸ ਦਾ ਮਤਲਬ ਹੈ ਕਿ ਉਸ ਵੋਟਰ ਦੀ ਵੋਟ ਸੀਜੂ ਵਿੱਚ ਰਿਕਾਰਡ ਨਹੀਂ ਹੋਈ। ਇਸ ਸੂਰਤ ਵਿੱਚ VVPAT ਬਦਲਿਆ ਜਾਵੇਗਾ ਅਤੇ ਉਸ ਵੋਟਰ ਤੋਂ ਦੁਬਾਰਾ ਤੋਂ ਵੋਟ ਪਵਾਈ ਜਾਵੇਗੀ। ਅਗਲਾ ਸਟੈਪ ਹੈ ਜੀ ਪੋਲਿੰਗ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ। ਸ਼ਾਮ ਨੂੰ ਵੋਟਿੰਗ ਦਾ ਸਮਾਂ ਖਤਮ ਹੋਣ ਸਮੇਂ ਮੇਨ ਗੇਟ ਬੰਦ ਕਰਵਾ ਦਿੱਤਾ ਜਾਵੇ ਅਤੇ ਲਾਈਨ ਵਿੱਚ ਖੜ੍ਹੇ ਵੋਟਰਾਂ ਨੂੰ ਲਹਿੰਦੇ ਕ੍ਰਮ ਵਿੱਚ ਪ੍ਰੀਜ਼ਾਈਡਿੰਗ ਅਫਸਰ ਆਪਣੇ ਹਸਤਾਖਰ ਕੀਤੀਆਂ ਪਰਚੀਆਂ ਦੇਵੇਗਾ ਅਤੇ ਸੈਕਟਰ ਅਫਸਰ ਨੂੰ ਰਿਪੋਰਟ ਦੇਵੇਗਾ ਕਿ ਲਾਈਨ ਵਿੱਚ ਕਿੰਨੇ ਵੋਟਰ ਖੜ੍ਹੇ ਹਨ। ਬੂਥ ਦੇ ਬਾਹਰ ਲਾਈਨ ਵਿੱਚ ਖੜ੍ਹੇ ਵੋਟਰਾਂ ਨੂੰ PRO ਦੁਆਰਾ ਸਾਈਨ ਕੀਤੀਆਂ ਪਰਚੀਆਂ ਦਿੱਤੀਆਂ ਜਾਣ। ਸਭ ਤੋਂ ਅਖੀਰ ਵਿੱਚ ਖੜ੍ਹੇ ਵੋਟਰ ਨੂੰ 1 ਨੰਬਰ ਪਰਚੀ ਦਿੱਤੀ ਜਾਵੇ। ਵੋਟਿੰਗ ਪ੍ਰਕਿਰਿਆ ਖਤਮ ਹੋਣ 'ਤੇ PRO ਰਜਿਸਟਰਸ ਆਫ ਵੋਟਰ ਦੇ ਅਖੀਰਲੇ ਪੰਨੇ 'ਤੇ ਇਹ ਸਰਟੀਫਿਕੇਟ ਦੇਵੇਗਾ ਦੀ ਸੀਰੀਅਲ ਨੰਬਰ ਆਫ ਲਾਸਟ ਵੋਟਰ ਇਜ਼ ਜੋ ਵੀ ਹੋਵੇਗਾ ਅਤੇ ਆਪਣੇ ਪੂਰੇ ਦਸਤਖਤ ਕਰਨਗੇ। PRO ਸਾਹਿਬਾਨ ਰਜਿਸਟਰਸ ਆਫ ਵੋਟਰ ਦੇ ਹਰੇਕ ਪੰਨੇ ਉੱਪਰ ਵੀ ਆਪਣੇ ਦਸਤਖਤ ਕਰਨਗੇ। ਨੈਕਸਟ ਹੈ
ਪੋਲਿੰਗ ਖਤਮ ਹੋਣ ਉਪਰੰਤ ਸਭ ਤੋਂ ਪਹਿਲਾਂ ਸੀਯੂ ਦੇ ਕਲੋਜ਼ ਬਟਨ ਨੂੰ ਦੱਬਿਆ ਜਾਵੇ ਅਤੇ ਪੋਲਿੰਗ ਏਜੰਟਾਂ ਨੂੰ ਇਹ ਦੱਸਿਆ ਜਾਵੇ ਕਿ ਇਸ 'ਤੇ ਹੁਣ ਵੋਟ ਨਹੀਂ ਪਾਈ ਜਾ ਸਕਦੀ। EVM ਅਤੇ VVPAT ਨੂੰ ਸੁਰੱਖਿਅਤ ਸੀਲ ਕਰਨ ਲਈ ਕੰਟਰੋਲ ਯੂਨਿਟ ਦੀ ਸਵਿੱਚ ਬੰਦ ਕੀਤੀ ਜਾਵੇ। ਇਸ ਤੋਂ ਬਾਅਦ ਕੰਟਰੋਲ ਯੂਨਿਟ, ਬੈਲਟ ਯੂਨਿਟ ਅਤੇ VVPAT ਨੂੰ ਅਲੱਗ ਕਰ ਦਿੱਤਾ ਜਾਵੇ। ਜਦ ਸੀਯੂ ਤੇ ਬਟਨ ਨੂੰ ਔਫ ਕਰਤਾ, ਕਨੈਕਸ਼ਨ ਸਾਰੇ ਅਲੱਗ ਕਰਤੇ, ਤਾਂ ਫਿਰ VVPAT ਦੀ ਬੈਟਰੀ ਕੱਢ ਲਈ ਜਾਵੇ। ਇਹ ਮਸ਼ੀਨ ਦੇ ਨਾਲ ਅਲੱਗ ਤੋਂ ਜਮ੍ਹਾਂ ਹੋਵੇਗੀ। ਇਸ ਤੋਂ ਬਾਅਦ VVPAT ਨੂੰ ਸੀਯੂ ਅਤੇ BU ਨੂੰ ਉਸ ਦੇ ਕੰਟੇਨਰ, ਜਿਨ੍ਹਾਂ ਬਕਸਿਆਂ ਦੇ ਵਿੱਚ ਉਹ ਆਏ ਸੀ, ਉਸ ਦੇ ਵਿੱਚ ਰੱਖ ਕੇ ਐਡਰੈਸ ਟੈਗ ਨਾਲ ਸੀਲ ਕੀਤਾ ਜਾਵੇ, ਜਿਸ ਉੱਪਰ ਪੋਲਿੰਗ ਸਟੇਸ਼ਨ ਦਾ ਨਾਮ, ਨੰਬਰ ਅਤੇ ਇਸ ਵਿੱਚ ਰੱਖੇ ਗਏ ਯੂਨਿਟ ਦਾ ਨੰਬਰ ਲਿਖਿਆ ਜਾਵੇ। ਇਹਨਾਂ ਸੀਲਾਂ ਉੱਪਰ PRO ਅਤੇ ਪੋਲਿੰਗ ਏਜੰਟਾਂ ਦੇ ਦਸਤਖਤ ਹੋਣੇ ਚਾਹੀਦੇ ਹਨ ਅਤੇ ਨਾਲ ਮਿਤੀ ਵੀ ਲਿਖੀ ਜਾਵੇ। ਇਲੈਕਸ਼ਨ ਵਿੱਚ ਵਰਤੀਆਂ ਵੋਟਿੰਗ ਮਸ਼ੀਨਾਂ ਅਤੇ ਸਾਰੇ ਸਮਾਨ ਨੂੰ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਬੱਸਾਂ ਦੇ ਵਿੱਚ ਹੀ ਲਿਜਾਇਆ ਜਾਵੇ। ਕੋਈ ਵੀ ਆਪਣੇ ਨਿੱਜੀ ਵਾਹਨ 'ਤੇ ਸਮਾਨ ਨਾਲ ਲੈ ਕੇ ਜਾਵੇ ਜੀ। ਸਾਡੇ ਤੋਂ ਇਸ ਦੇ ਲਿਖਣ ਵਿੱਚ ਕੋਈ ਗਲਤੀ ਰਹਿ ਸਕਦੀ ਹੈ, ਇਸ ਲਈ ਆਪ ਸਭ ਨੂੰ ਬੇਨਤੀ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ 'ਤੇ ਜਾਂ ਸਮਾਨ ਲੈਣ ਸੰਬੰਧੀ ਜੋ PRO ਡਾਇਰੀ ਮਿਲਦੀ ਹੈ, ਉਸ ਅਨੁਸਾਰ ਹੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। Thank you.